Yes, students, your sixth poem is Father Returning Home, written by Dilip Chitri. ਓਕੇ ਸੋ ਦਿਸ ਪੋਇਮ ਇਹਦੇ ਵਿੱਚ ਕੀ ਹੈ, ਜਿਹੜਾ ਪੋਇਟ ਹੈ ਆਪਣੇ ਫਾਦਰ ਦੀ ਇੱਕ ਉਹਦੇ ਉੱਤੇ ਪੋਇਮ ਲਿਖੀ ਆ ਉਸਨੇ ਕਿ ਜਦੋਂ ਉਹਦੇ ਫਾਦਰ ਘਰ ਲੌਟਦੇ ਆ ਉਸਦੇ ਉੱਪਰ ਉਹਨਾਂ ਨੇ ਇੱਕ ਪੋਇਮ ਲਿਖੀ ਆ। ਠੀਕ ਹੈ, ਇਹਦੇ ਵਿੱਚ ਇਸ ਦਾ ਇੱਕ ਮੈਸੇਜ ਦੇਣਾ ਚਾਹੁੰਦੇ ਆ, ਉਹ ਕਨਵੇ ਕਰਨਾ ਚਾਹੁੰਦੇ ਆ ਆਪਾਂ ਨੂੰ ਇਸ ਪੋਇਮ ਦੇ ਥਰੂ। ਠੀਕ ਹੈ, ਚਲੋ ਲੈਟਸ ਰੀਡ ਦ ਇੰਟਰੋਡਕਸ਼ਨ ਨਾਓ। Man's estrangement from the man-made world is the theme of this poem. ਸੋ ਠੀਕ ਹੈ, ਆਪਾਂ ਨੂੰ ਪਹਿਲਾਂ ਹੀ ਥੀਮ ਦੱਸਤਾ ਪੋਇਟ ਨੇ ਕਿ ਮੈਨਸ estrangement from the man-made world, ਕਿ ਜੋ ਇਹ ਵਰਲਡ ਹੈ ਮੈਨ ਮੇਡ ਹੈ, ਇਹਦੇ ਵਿੱਚ ਲੋਕਾਂ ਨੇ ਆਪਣੇ ਜਿਹੜੀਆਂ ਨੈਚੁਰਲ ਚੀਜ਼ਾਂ ਤੋਂ ਹਟ ਕੇ ਆਰਟੀਫਿਸ਼ੈਲਿਟੀ ਜੋ ਆ ਗਈ ਹੈ ਉਹਨੂੰ ਮੈਨ ਮੇਡ ਵਰਲਡ ਕਿਹਾ। ਠੀਕ ਹੈ, ਅਤੇ ਜੋ ਮੈਨਸ estrangement ਹੈ, estrangement ਮੀਨਸ ਕਿ ਜਿਹੜੀ ਲੋਕਾਂ ਦੀ ਆਪਸ ਦੇ ਵਿੱਚ ਅਟੈਚਮੈਂਟ ਘਟਦੀ ਜਾ ਰਹੀ ਹੈ, ਡੀਟੈਚ ਹੋ ਰਹੇ ਨੇ ਉਹ। ਠੀਕ ਹੈ, ਉਸ ਚੀਜ਼ ਨੂੰ estrangement ਕਿਹਾ ਗਿਆ, ਇੱਕ ਦੂਸਰੇ ਤੋਂ ਦੂਰ ਹੋ ਰਹੇ ਨੇ, ਇਮੋਸ਼ਨਸ ਦਾ ਜਿਹੜਾ ਰਿਸ਼ਤਾ ਹੁੰਦਾ ਉਹ ਘਟ ਰਿਹਾ। ਠੀਕ ਹੈ, ਸੋ ਉਸ ਦੀ ਗੱਲ ਕਰ ਰਿਹਾ ਪੋਇਟ। In this world full of hurry and worry, nobody has the time to take interest in others, especially the old senior citizens in society. ਸੋ ਇਹ ਜਿਹੜੀ ਵਰਲਡ ਹੈ ਪੂਰੀ, ਜਿਹਦੇ ਵਿੱਚ ਕੀ ਹੈ, ਜਲਦੀ ਚਲਦੀ ਹੈ ਹਰੇਕ ਨੂੰ, ਹਰੇਕ ਹਰੀ ਦੇ ਵਿੱਚ ਹੈ, ਵਰੀ ਦੇ ਵਿੱਚ ਹੈ, ਟੈਨਸ਼ਨ ਦੇ ਵਿੱਚ ਆ, ਕਿਸੇ ਕੋਲ ਵੀ ਟਾਈਮ ਨਹੀਂ ਹੈਗਾ ਜਾਂ ਇੰਟਰਸਟ ਨਹੀਂ ਹੈਗਾ ਕਿਸੇ ਹੋਰ ਦੀ ਦੁਨੀਆ ਦੇ ਵਿੱਚ। ਸਪੈਸ਼ਲੀ ਜਿਹੜੇ ਓਲਡ ਪੀਪਲ ਨੇ ਉਹਨਾਂ ਦੀ ਲਾਈਫ ਦੇ ਵਿੱਚ ਕਿਸੇ ਨੂੰ ਵੀ ਇੰਟਰਸਟ ਨਹੀਂ ਹੈਗਾ, ਕੋਈ ਬੋਦਰ ਨਹੀਂ ਕਰਦਾ। This poem has been taken from Dilip Chitri's collection of poems Travelling in a Cage. ਸੋ ਇਹ ਪੋਇਮ ਇੱਥੋਂ ਲਈ ਗਈ ਹੈ, ਉਹਨਾਂ ਦੀ ਜਿਹੜੀ ਕਲੈਕਸ਼ਨ ਹੈ ਪੋਇਮਸ ਦੀ, ਜਿਹਦਾ ਨਾਮ ਸੀ Travelling in a Cage. It gives us the picture of a sad old man who travels to work by a local train every day in Mumbai. ਠੀਕ ਹੈ, ਕੀ ਦੀ ਪਿਕਚਰ ਦਿਖਾਉਂਦੀ ਹੈ, ਇੱਕ ਸੈਡ ਓਲਡ ਮੈਨ ਦੀ ਜੋ ਕਿ ਟਰੈਵਲ ਕਰਦਾ ਵਰਕ ਦੇ ਲਈ ਲੋਕਲ ਟ੍ਰੇਨ ਦੇ ਵਿੱਚ ਹਰ ਰੋਜ਼ ਮੁੰਬਈ। ਹੀ ਡਜ਼ ਨਾਟ ਫੀਲ ਕੰਫਰਟੇਬਲ ਔਰ ਐਟ ਹੋਮ ਇਨ ਹਿਜ਼ ਇਨਵਾਇਰਮੈਂਟ, ਜਿਹੜਾ ਵੀ ਉਹਦਾ ਇਨਵਾਇਰਮੈਂਟ ਆ, ਜਿੱਥੇ ਜਿੱਥੇ ਵੀ ਉਹ ਰਹਿੰਦਾ ਹੈ ਉਹਨੂੰ ਉੱਥੇ ਕੰਫਰਟੇਬਲ ਨਹੀਂ ਫੀਲ ਕਰਦਾ, ਘਰ ਵਰਗਾ ਮਾਹੌਲ ਨਹੀਂ ਮਿਲਦਾ। ਠੀਕ ਹੈ, ਦੈਟ ਮੇ ਬੀ ਇਨ ਹਿਜ਼ ਐਟ ਹਿਜ਼ ਵਰਕ ਆਫਿਸ, ਜਾਂ ਘਰ ਚ ਲਾ ਲਓ ਜਾਂ ਟ੍ਰੇਨ ਵਿੱਚ ਲਾ ਲਓ, ਕਿਤੇ ਵੀ ਉਹਨੂੰ ਕੰਫਰਟੇਬਲ ਵਾਲਾ ਜਿਹੜਾ ਮਾਹੌਲ ਹੁੰਦਾ ਉਹ ਨਹੀਂ ਮਿਲਦਾ। ਹੀ ਇਜ਼ ਲੋਨਲੀ ਈਵਨ ਇਨ ਅ ਕਰਾਊਡ, ਕਿ ਜਿੱਥੇ ਕਹਿੰਦੇ ਨੇ ਆਪਾਂ ਵੀ ਮੇਰੇ ਆਸ-ਪਾਸ ਬਹੁਤ ਸਾਰੇ ਲੋਕ ਆ, ਉਦੋਂ ਵੀ ਕਈ ਵਾਰ ਬੰਦਾ ਲੋਨਲੀ ਫੀਲ ਕਰਦਾ। ਸੋ ਸੇਮ ਕੇਸ ਹੈ ਉਸ ਓਲਡ ਮੈਨ ਦਾ ਆ। ਠੀਕ ਹੈ, ਉਹਨੂੰ ਇਕੱਲਾਪਨ ਫੀਲ ਹੁੰਦਾ, ਚਾਹੇ ਉਹ ਕਰਾਊਡ ਦੇ ਵਿੱਚ ਹੋਵੇ, ਇਕੱਠ ਦੇ ਵਿੱਚ ਹੋਵੇ। ਹਿਜ਼ ਆਈਸੋਲੇਸ਼ਨ ਇਜ਼ ਸੀਨ ਇਨ ਹਿਜ਼ ਇਨਐਬਿਲਿਟੀ ਟੂ ਹੈਵ ਡਾਇਲੋਗ ਵਿਦ ਹਿਜ਼ ਫੈਮਿਲੀ ਔਰ ਫਰੈਂਡਸ। ਜਿਹੜੀ ਉਹਦੀ ਆਈਸੋਲੇਸ਼ਨ ਆ, ਆਈਸੋਲੇਸ਼ਨ ਮੀਨਸ ਇਕੱਲਾਪਨ, ਇਕਾਂਤ ਹੈ ਜਿਹੜਾ, ਲੋਨਲੀਨੈਸ ਹੈ, ਉਹ ਕਿੱਥੋਂ ਦਿਖਦੀ ਹੈ ਆਪਾਂ ਨੂੰ, ਜਿਹੜੀ ਉਹਦੀ ਇਨਐਬਿਲਿਟੀ ਹੈ ਕਿ ਉਹ ਜਿਹੜੀ ਉਹਦੇ ਵਿੱਚ ਕੈਪੇਬਿਲਿਟੀ ਨਹੀਂ ਹੈਗੀ, ਉਹ ਕਰ ਨਹੀਂ ਸਕਦਾ, ਏਬਲ ਨਹੀਂ ਹੈਗਾ ਡਾਇਲੋਗ ਆਪਦੀ ਫੈਮਿਲੀ ਦੇ ਨਾਲ ਜਾਂ ਫਰੈਂਡਸ ਦੇ ਨਾਲ ਗੱਲਬਾਤ ਨਹੀਂ ਕਰ ਪਾ ਰਿਹਾ। ਇਸ ਚੀਜ਼ ਤੋਂ ਆਪਾਂ ਨੂੰ ਉਸਦਾ ਇਕੱਲਾਪਨ ਸ਼ੋ ਹੁੰਦਾ। ਸੋ ਹੀ ਫੀਲਸ ਅਨਈਜ਼ੀ ਇਨ ਹਿਜ਼ ਪ੍ਰੈਜ਼ੈਂਟ ਮੀਨਸ ਪ੍ਰੈਜ਼ੈਂਟ ਟਾਈਮ, ਜੋ ਉਹਦਾ ਵਾਤਾਵਰਨ ਸੌਰੀ ਵਰਤਮਾਨ ਦਾ ਟਾਈਮ ਹੈ, ਜੋ ਪ੍ਰੈਜ਼ੈਂਟ ਟਾਈਮ ਹੈ ਉੱਥੇ ਕੀ ਹੈ, ਉਹ ਈਜ਼ੀ ਨਹੀਂ ਫੀਲ ਕਰਦਾ, ਉਹਨੂੰ ਸਹੀ ਨਹੀਂ ਫੀਲ ਹੁੰਦਾ। ਸੋ ਦ ਓਲਡ ਮੈਨ ਐਂਟਰਸ ਇਨ ਟੂ ਦ ਡਿਸਟੈਂਟ ਵਰਲਡ ਆਫ ਦ ਪਾਸਟ ਔਰ ਇਨ ਟੂ ਦ ਵਰਲਡ ਆਫ ਹਿਜ਼ ਓਨ ਡਰੀਮਸ। ਸੋ ਦੈਟਸ ਵਾਈ ਉਹਨੂੰ ਪ੍ਰੈਜ਼ੈਂਟ ਦੇ ਵਿੱਚ ਅਨਈਜ਼ੀ ਫੀਲ ਹੁੰਦਾ ਅਤੇ ਉਹ ਪਾਸਟ ਵਾਲੀ ਵਰਲਡ ਵਿੱਚ ਚਲਾ ਜਾਂਦਾ ਅਤੇ ਆਪਣੇ ਡਰੀਮਸ ਬਾਰੇ ਸੋਚਦਾ ਆ। The poem deals with the theme of modern man's alienation in the complex urban world. ਸੋ ਕਿਹਦੇ ਨਾਲ ਡੀਲ ਕਰਦੀ ਹੈ, ਥੀਮ ਕੀ ਹੈ, ਇੱਕ ਹੋਰ ਥੀਮ ਕੀ ਬਣਦਾ ਇਸ ਪੋਇਮ ਦਾ, ਜਿਹੜਾ ਮਾਡਰਨ ਮੈਨ ਹੈ। ਠੀਕ ਹੈ, ਉਹ ਕੀ ਐਲੀਨੇਸ਼ਨ, ਅਗੇਨ ਸੇਮ ਥਿੰਗ ਆ ਗਈ, ਡੀਅਟੈਚਮੈਂਟ ਹੁੰਦੀ ਜਦੋਂ ਆਪਾਂ ਇਕੱਲੇ ਰਹਿਣਾ ਸ਼ੁਰੂ ਕਰ ਦਿੰਦੇ ਹਾਂ, ਇੱਕ ਦੂਸਰੇ ਤੋਂ ਦੂਰ ਹੋ ਜਾਂਦੇ ਹਾਂ, ਜੁਦਾ ਹੋ ਜਾਂਦੇ ਹਾਂ, ਉਸਨੂੰ ਕਹਿੰਦੇ ਆ। ਠੀਕ ਹੈ, ਆਪਣੀਆਂ ਫੀਲਿੰਗਸ ਚੇਂਜ ਹੋ ਜਾਂਦੀਆਂ ਇਨਸਾਨਾਂ ਪ੍ਰਤੀ, ਦੈਟ ਇਜ਼ ਨੋਨ ਐਜ਼ ਐਲੀਨੇਸ਼ਨ, ਇਸਟਰੇਂਜਮੈਂਟ, ਸੇਮ ਵਰਡਸ ਹੈ। ਠੀਕ ਹੈ, ਉਹ ਸੋ ਜਿਹੜੀ ਅਰਬਨ ਬਣ ਚੁੱਕੀ ਹੈ ਵਰਲਡ, ਇੰਨੀਆਂ ਡਿਵੈਲਪਮੈਂਟਸ ਹੋ ਚੁੱਕੀਆਂ ਨੇ ਇਸ ਦੇ ਵਿੱਚ। ਸੋ ਉਸ ਵਰਲਡ ਦੇ ਵਿੱਚ ਜਿਹੜਾ ਲੋਕਾਂ ਦਾ ਇੱਕ ਦੂਸਰੇ ਪ੍ਰਤੀ ਰਵੱਈਆ ਹੈ, ਇਮੋਸ਼ਨਲ ਬੌਂਡ ਹੈ, ਉਹ ਕੀ ਹੈ, ਜੋ ਚੇਂਜ ਹੋ ਰਿਹਾ, ਉਸ ਦੇ ਉੱਪਰ ਇਹ ਥੀਮ ਹੈ। ਠੀਕ ਹੈ ਜੀ, ਨਾਓ ਵੀ ਸਟਾਰਟ ਵਿਦ ਦ ਐਕਸਪਲੇਨੇਸ਼ਨ ਆਫ ਦ ਪੋਇਮ। My father travels on the late evening train, standing among silent commuters in the yellow light. ਸੋ ਜੋ ਪੋਇਟ ਦੇ ਫਾਦਰ ਨੇ ਉਹ ਕੀ ਟਰੈਵਲ ਕਰਦੇ ਆ ਸ਼ਾਮ ਨੂੰ, ਠੀਕ ਹੈ, ਲੇਟ ਈਵਨਿੰਗ ਟ੍ਰੇਨ ਦੇ ਵਿੱਚ, ਸਟੈਂਡਿੰਗ ਅਮੰਗ ਸਾਇਲੈਂਟ ਕਮਿਊਟਰਸ। ਕਮਿਊਟਰਸ ਆਰ ਦੋਜ਼ ਪਰਸਨ ਜੋ ਰੋਜ਼ ਉੱਥੇ ਜਾਂਦੇ ਆ, ਟਰੈਵਲ ਕਰਦੇ ਆ, ਰੋਜ਼ ਦੇ ਯਾਤਰੀ ਹੁੰਦੇ ਆ, ਕਿ ਉੱਥੇ ਖੜ੍ਹੇ ਹੁੰਦੇ ਆ, ਬਸ ਉੱਥੇ ਚੁੱਪ-ਚਾਪ ਖੜ੍ਹੇ ਹੁੰਦੇ ਆ। ਇਨ ਦ ਯੈਲੋ ਲਾਈਟ ਸਬਰਬਸ ਸਲਾਈਡ ਪਾਸਟ ਹਿਜ਼ ਅਨਸੀਇੰਗ ਆਈਜ਼, ਜਿਹੜੇ ਆਸ-ਪਾਸ ਦੇ ਸਬਰਬਸ ਹੁੰਦੇ ਆ, ਜਿਹੜੇ ਸ਼ਹਿਰ ਤੋਂ ਬਾਹਰ ਦਾ ਏਰੀਆ ਵਾਲਾ ਹੁੰਦਾ ਹੈ। ਠੀਕ ਹੈ, ਉਸ ਨੂੰ ਕਿਹਾ ਗਿਆ।
ਠੀਕ ਹੈ, ਜੋ ਪਾਸ ਹੁੰਦੀਆਂ ਰਹਿੰਦੀਆਂ ਤੇ ਕਿਸੇ ਦਾ ਵੀ ਉਹਨਾਂ ਵੱਲ ਧਿਆਨ ਨਹੀਂ ਹੁੰਦਾ, ਬਸ ਟ੍ਰੇਨ ਪਾਸ ਹੋ ਰਹੀ ਹੁੰਦੀ ਹੈ, ਪਾਸ ਹੋ ਰਹੀ ਹੁੰਦੀ ਹੈ ਜਦੋਂ ਜਿਹੜਾ ਆਸ-ਪਾਸ ਦਾ ਆਲਾ ਦੁਆਲਾ ਹੁੰਦਾ ਹੈ। ਅਨਸੀਇੰਗ ਆਈਜ਼ ਮੀਨਸ ਉਹਨਾਂ ਨੂੰ ਕੋਈ ਨਹੀਂ ਦੇਖਦਾ। His shirt and pants are soggy, and his black raincoat stained with mud, and his bag stuffed with books is falling apart. ਸੋ ਜੋ ਉਹਦੀ ਸ਼ਰਟ ਤੇ ਪੈਂਟ ਹੈ ਸੈਗੀ, ਸੌਗੀ ਮੀਨਸ ਕਿ ਉਹ ਵੈਟ ਨੇ, ਗਿੱਲੇ ਨੇ, ਠੀਕ ਹੈ। ਅਤੇ ਜਿਹਦਾ ਬਲੈਕ ਰੇਨਕੋਟ ਹੈ ਜਿਹੜਾ ਉਹ ਵੀ ਸਟੇਨਡ ਹੈ, ਉੱਤੇ ਵੀ ਦਾਗ ਲੱਗੇ ਹੋਏ ਆ, ਧੱਬੇ ਲੱਗੇ ਹੋਏ ਆ ਮੱਡ ਦੇ, ਮੀਨਸ ਚਿੱਕੜ ਦੇ ਨਿਸ਼ਾਨ ਹੈ ਉਸਦੇ ਜਿਹੜੀ ਡਰੈਸ ਹੈ, ਜਿਹੜੇ ਉਹਦਾ ਰੇਨਕੋਟ ਪਾਇਆ ਹੋਇਆ ਉਸਦੇ ਉੱਪਰ। ਐਂਡ ਇਸ ਬੈਗ ਸਟਫਡ ਵਿਦ ਬੁੱਕਸ ਇਜ਼ ਫਾਲਿੰਗ ਅਪਾਰਟ, ਇਹ ਜਿਹੜਾ ਉਹਦਾ ਬੈਗ ਆ ਜਿਹਦੇ ਵਿੱਚ ਬੁੱਕਸ ਭਰੀਆਂ ਹੋਈਆਂ, ਇਸ ਤਰੀਕੇ ਨਾਲ ਭਰੀਆਂ ਹੋਈਆਂ ਕਿ ਉਹ ਲੱਦਿਆ ਹੋਇਆ, ਜਾਂ ਤਾਂ ਆਪਾਂ ਕਹਿੰਦੇ ਥੁੰਨੀਆਂ ਹੋਈਆਂ ਬੁੱਕਸ ਉਹਦੇ ਵਿੱਚ, ਠੀਕ ਹੈ। ਇਸ ਫਾਲਿੰਗ ਅਪਾਰਟ ਕੇ ਮੀਨਸ ਉਹ ਜਿਹੜਾ ਉਹਦਾ ਬੈਗ ਆ ਉਹ ਫਟ ਰਿਹਾ ਉਸ ਦੇ ਨਾਲ। His eyes dimmed by age fade homeward through the humid monsoon night, ਜਿਹੜੀ ਉਹਦੀ ਆਈਜ਼ ਹੈ ਡਿਮਡ ਬਾਈ ਏਜ ਮੀਨਸ ਏਜ ਦੇ ਨਾਲ ਉਸਦੀ ਜੋ ਨਿਗਾਹ ਹੈ, ਵਿਜ਼ਨ ਹੈ, ਉਹ ਘਟ ਰਹੀ ਹੈ, ਠੀਕ ਹੈ। ਫੇਡ ਹੋਮਵਰਡ ਥਰੂ ਦਾ ਹਿਊਮਿਡ ਮੌਨਸੂਨ ਲਾਈਟ, ਜਿਹੜੀ ਉਹਦੀ ਆਈਜ਼ ਦੀ ਨਿਗਾਹ ਹੈ ਜਿਹੜੀ ਉਹ ਕਿ ਘਟਦੀ ਜਾ ਰਹੀ ਹੈ, ਅਤੇ ਜਿਹੜੀ ਉਸਦੀ ਮੌਨਸੂਨ ਨਾਈਟ ਹੈ ਮੀਨਸ ਮੀਂਹ ਪੈ ਰਿਹਾ, ਮੀਂਹ ਦਾ ਮੌਸਮ ਹੈ, ਉਸਦੀ ਨਾਈਟ ਦੇ ਵਿੱਚ ਉਸਦੀ ਰੌਸ਼ਨੀ ਹੋਰ ਵੀ ਉਸਨੂੰ ਘੱਟ ਮਹਿਸੂਸ ਹੋ ਰਹੀ ਹੈ। ਨਾਓ ਆਈ ਕੇਮ ਸੀ ਹਿਮ ਗੈਟਿੰਗ ਆਫ ਦਾ ਟ੍ਰੇਨ। ਨਾਓ ਦ ਪੋਇਟ ਕੀ ਕਹਿ ਰਿਹਾ ਮੀਨਸ ਆਪਦੇ ਮਾਈਂਡ ਦੇ ਵਿੱਚ ਇੱਕ ਵਿਜ਼ਨ ਬਣਾ ਰਿਹਾ, ਇਮੇਜ ਬਣਾ ਰਿਹਾ ਕਿ ਮੇਰੇ ਫਾਦਰ ਨੇ ਜਿਹੜੇ ਉਹ ਹੁਣ ਕੀ ਆ ਟ੍ਰੇਨ ਤੋਂ ਨੀਚੇ ਉਤਰ ਰਹੇ ਨੇ। ਲਾਈਕ ਅ ਵਰਡ ਡਰੋਪਡ ਫਰੋਮ ਅ ਲੌਂਗ ਸੈਂਟੈਂਸ, ਠੀਕ ਹੈ। ਇਹ ਲਾਈਨ ਦਾ ਡੀਪ ਮੀਨਿੰਗ ਹੈ ਕਿ ਜਿਵੇਂ ਕਿ ਇੱਕ ਸੈਂਟੈਂਸ ਦੇ ਵਿੱਚੋਂ ਕੋਈ ਲੌਂਗ ਸੈਂਟੈਂਸ ਆ, ਉਹਦੇ ਵਿੱਚੋਂ ਆਪਾਂ ਇੱਕ ਵਰਡ ਬਾਹਰ ਕੱਢ ਦਈਏ ਤਾਂ ਸੈਂਟੈਂਸ ਨੂੰ ਕੋਈ ਫਰਕ ਨਹੀਂ ਪੈਂਦਾ। ਉਸੇ ਤਰੀਕੇ ਨਾਲ ਜਿਵੇਂ ਮੇਰੇ ਫਾਦਰ ਨੇ, ਠੀਕ ਹੈ, ਉਹ ਟ੍ਰੇਨ ਦੇ ਵਿੱਚੋਂ ਉਤਰਦੇ ਨੇ, ਇੱਦਾਂ ਲੱਗਦਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ, ਠੀਕ ਹੈ। ਦਿਸ ਲਾਈਨ ਕੰਸਿਸਟ ਡੀਪ ਮੀਨਿੰਗ, ਠੀਕ ਹੈ ਜੀ। ਇੱਦਾਂ ਹੀ ਅਗਰ ਇਹਨੂੰ ਹੋਰ ਡੀਪਲੀ ਸਮਝਣਾ ਹੈਗਾ ਤਾਂ ਆਪਾਂ ਇਹ ਕਹਿ ਸਕਦੇ ਕਿ ਜਿਵੇਂ ਆਪਾਂ ਲਾਈਫ ਦੇ ਵਿੱਚ ਕਿੰਨੇ ਪਰਸਨਸ ਹੁੰਦੇ ਆ, ਠੀਕ ਹੈ, ਕਿੰਨੇ ਲੋਕ ਨੇ, ਜਦੋਂ ਕਿਸੇ ਦੀ ਡੈਥ ਹੁੰਦੀ ਹੈ ਤਾਂ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ, ਇੱਕ ਬੰਦਾ ਚਲਾ ਵੀ ਜਾਵੇ। ਸੋ ਇਹ ਇਹਦਾ ਸਿੰਬੋਲਿਕ ਮੀਨਿੰਗ ਹੈ ਲਾਈਨ ਦਾ। He hurries across the length of the grey platform, crosses the railway line, enters the lane. ਦੈਨ ਕਿ ਜਲਦੀ ਜਲਦੀ ਉਹ ਕੀ ਜਿਹੜਾ ਪਲੈਟਫਾਰਮ ਹੁੰਦਾ ਉਸ ਨੂੰ ਕ੍ਰੋਸ ਕਰਦੇ ਹੈ, ਠੀਕ ਹੈ, ਰੇਲਵੇ ਲਾਈਨ ਨੂੰ ਕ੍ਰੋਸ ਕਰਕੇ ਲੇਨ ਦੇ ਉੱਪਰ ਆ ਜਾਂਦੇ, ਮੀਨਸ ਇੱਕ ਹੋਰ ਗਲੀ ਦੇ ਵਿੱਚ ਆ ਜਾਂਦੇ ਹੈ। ਹਿਸ ਚੱਪਲਸ ਆਰ ਸਟਿਕੀ ਵਿਦ ਮਡ ਬਟ ਹੀ ਹਰੀਜ਼ ਔਨਵਰਡ, ਕਿ ਜਿਹੜੀ ਉਹਦੀ ਚੱਪਲ ਪਾਈ ਹੋਈ ਹੈ ਉਹਨਾਂ ਨੇ ਉਹ ਕੀ ਹੈ ਸਟਿਕੀ ਹੈ, ਮੀਨਸ ਗਾਰੇ ਦੇ ਨਾਲ ਚਿੱਕੜ ਦੇ ਨਾਲ ਥੋੜ੍ਹੀ ਲੱਥਪੱਥ ਹੋਈ ਹੋਈ ਹੈ ਤਾਂ ਕਰਕੇ ਸਟਿਕੀ ਹੈ ਥੋੜ੍ਹੀ, ਅਤੇ ਬਟ ਉਹ ਫਿਰ ਵੀ ਇਹ ਜਲਦੀ ਜਲਦੀ ਅੱਗੇ ਤੁਰਦੇ ਜਾਂਦੇ ਆ। Home again I see him drinking weak tea, eating a stale chapati, reading a book. ਸੋ ਨਾਓ ਉਹਦਾ ਸੀਗਾ ਜਿਹੜਾ ਵਰਕ ਦਾ ਸੀਨ ਸੀ, ਟ੍ਰੇਨ ਦਾ ਸੀਨ ਸੀ, ਨਾਓ ਕੀ ਘਰ ਦਾ ਸੀਨ ਦੱਸ ਰਿਹਾ ਪੋਇਟ। ਉਦੋਂ ਘਰ ਆ ਜਾਂਦੇ ਕਹਿੰਦੇ ਮੈਂ ਉਹਨਾਂ ਨੂੰ ਵੀਕ ਟੀ ਪੀਂਦੇ ਦੇਖਦਾ। ਵੀਕ ਟੀ ਹੇਅਰ ਮੀਨਸ ਕਿ ਇੰਨੀ ਵਧੀਆ ਚਾਹ ਨਹੀਂ ਹੁੰਦੀ ਜਿਹਦੇ ਵਿੱਚ ਮਿੱਠਾ ਘੱਟ ਹੋਵੇ, ਪੱਤੀ ਘੱਟ ਹੋਵੇ, ਹੈ ਨਾ, ਇੰਨੀ ਸਟਰੋਂਗ ਜੀ ਟੀ ਨਹੀਂ ਸੀ, ਠੀਕ ਹੈ, ਉੱਦਾਂ ਹੀ ਬਸ ਬਣਾ ਕੇ ਪੀ ਲੈਣੀ ਉਹ ਵਾਲੀ ਟੀ, ਠੀਕ ਹੈ। ਈਟਿੰਗ ਅ ਸਟੇਲ ਚਪਾਤੀ, ਰੀਡਿੰਗ ਅ ਬੁੱਕ, ਸਟੇਲ ਮੀਨਸ ਜੋ ਬੇਹੀ ਰੋਟੀ ਹੁੰਦੀ ਹੈ, ਠੀਕ ਹੈ। ਸੋ ਉਹ ਖਾ ਰਹੇ ਹੁੰਦੇ ਆ, ਬੁੱਕ ਰੀਡ ਕਰ ਰਹੇ ਹੁੰਦੇ ਆ। ਹੀ ਗੋਜ਼ ਇਨ ਟੂ ਦਾ ਟੋਇਲਟ ਟੂ ਕੰਟੈਂਪਲੇਟ, ਠੀਕ ਹੈ। ਕੰਟੈਂਪਲੇਟ ਮੀਨਸ ਹੁੰਦਾ ਸੋਚਣਾ, ਸੋ ਮੀਨਸ ਟੋਇਲਟ ਦੇ ਵਿੱਚ ਜਾ ਕੇ ਉੱਥੇ ਉਹ ਸੋਚਦੇ ਹੈ। ਮੈਨਸ ਸਟਰੇਂਜਮੈਂਟ ਫਰੋਮ ਅ ਮੈਨ ਮੇਡ ਵਰਲਡ, ਸੋ ਸਟਾਰਟਿੰਗ ਦੇ ਵਿੱਚ ਲਾਈਨ ਡਿਸਕਸ ਕਰ ਚੁੱਕੇ ਹਾਂ, ਠੀਕ ਹੈ। ਉੱਥੇ ਬੈਠ ਕੇ ਆ ਜਿਹੜੇ ਇਹਦੇ ਫਾਦਰ ਨੇ ਉਹ ਇਹ ਚੀਜ਼ ਸੋਚਦੇ ਆ ਕਿ ਜਿਹੜਾ ਲੋਕਾਂ ਦਾ ਇੱਕ ਦੂਸਰੇ ਪ੍ਰਤੀ ਰਵੱਈਆ ਹੈ, ਫੀਲਿੰਗਸ ਹੈ, ਜਿਹੜੀ ਅਟੈਚਮੈਂਟ ਆ ਉਹ ਕਿਵੇਂ ਚੇਂਜ ਹੋ ਜਾਂਦੀ ਹੈ, ਠੀਕ ਹੈ। ਕਮਿੰਗ ਆਊਟ ਹੀ ਟਰੈਂਬਲਸ ਐਟ ਦ ਸਿੰਕ, ਸੋ ਜਦੋਂ ਟੋਇਲਟ ਦੇ ਵਿੱਚੋਂ ਬਾਹਰ ਆਉਂਦੇ ਆ ਉਹ ਸਿੰਕ ਦੇ ਉੱਪਰ ਕਿ ਟਰੈਂਬਲ ਕਰਨ ਲੱਗਦੇ ਆ, ਮੀਨਸ ਉਹ ਕੰਬਣ ਲੱਗ ਜਾਂਦੇ ਆ ਡਿਊ ਟੂ ਓਲਡ ਏਜ ਕਹਿ ਲਓ ਜਾਂ ਵੈਸੇ ਹੀ ਸੋਚਣ ਦੇ ਨਾਲ, ਠੀਕ ਹੈ। ਦ ਕੋਲਡ ਵਾਟਰ ਰਨਿੰਗ ਓਵਰ ਹਿਜ਼ ਬਰਾਊਨ ਹੈਂਡਸ, ਅ ਫਿਊ ਡਰੋਪਲੇਟਸ ਕਲਿੰਗ ਟੂ ਦ ਗ੍ਰੇਇੰਗ ਹੇਅਰਸ ਔਨ ਹਿਜ਼ ਰਿਸਟ, ਮੀਨਸ ਜਦੋਂ ਹੈਂਡ ਵਾਸ਼ ਕਰਦੇ ਜਿਹੜਾ ਵਾਟਰ ਹੁੰਦਾ ਉਹਨਾਂ ਦੇ ਬਰਾਊਨ ਹੈਂਡਸ ਦੇ ਉੱਪਰ ਰਨ ਕਰ ਰਿਹਾ ਹੁੰਦਾ, ਵਹਿ ਰਿਹਾ ਹੁੰਦਾ, ਜਿਹੜੇ ਥੋੜ੍ਹੇ ਥੋੜ੍ਹੇ ਡਰੋਪਲੇਟਸ ਹੁੰਦੇ ਆ ਉਹਨਾਂ ਦੇ ਜਿਹੜੇ ਗ੍ਰੇ ਹੇਅਰ ਹੁੰਦੇ ਆ ਹੱਥ ਦੇ ਉੱਪਰ, ਉਹਨਾਂ ਦੇ ਉੱਪਰ ਲੱਗ ਜਾਂਦਾ, ਠੀਕ ਹੈ। ਪਾਣੀ ਲੱਗ ਹੀ ਜਾਂਦਾ ਜਦੋਂ ਆਪਾਂ ਹੱਥ ਧੋ ਲੈਂਦੇ ਹਾਂ ਮਾੜਾ ਮੋਟਾ, ਡ੍ਰੌਪਸ ਹੁੰਦੀਆਂ ਜੋ ਗ੍ਰੇ ਹੇਅਰ ਮੀਨਸ ਹੇਅਰ ਸਿਗਨੀਫਾਈਜ਼ ਓਲਡ ਏਜ, ਠੀਕ ਹੈ, ਚਿੱਟੇ ਵਾਲ। His sullen children have often refused to share jokes and secrets with him. He will now go to sleep. So means ਜਿਹੜੇ ਉਹਦੇ children ਨੇ ਉਹ ਕੀ ਹੈ
ਉਹ ਮੀਨਸ ਉਹਨਾਂ ਦੇ ਚਿਲਡਰਨ ਨੇ ਕੀ ਉਹਦੇ ਨਾਲ ਗੱਲਬਾਤ ਕਰਨ ਤੋਂ ਜਾਂ ਜੋਕਸ ਹਾਸੀ ਮਜ਼ਾਕ ਸੀਕਰਟ ਸ਼ੇਅਰ ਕਰਨ ਤੋਂ ਮਨਾ ਕਰਤਾ, ਰਿਫਿਊਜ਼ ਕਰਤਾ, ਠੀਕ ਹੈ, ਮੇਰੇ ਫਾਦਰ ਦੇ ਬੱਚਿਆਂ ਨੇ, ਠੀਕ ਹੈ। ਹੀ ਵਿਲ ਨਾਓ ਗੋ ਟੂ ਸਲੀਪ, ਚਿਲਡਰਨ ਇੱਥੇ ਗ੍ਰੈਂਡ ਚਿਲਡਰਨ ਵੀ ਹੋ ਸਕਦੇ ਆ। ਹੀ ਵਿਲ ਗੋ ਨਾਓ ਟੂ ਸਲੀਪ, ਕਿ ਉਹ ਕੀ ਆ ਹੁਣ ਸੌਣ ਲਈ ਚਲੇ ਜਾਣਗੇ। ਲਿਸਨਿੰਗ ਟੂ ਦ ਸਟੈਟਿਕ ਔਨ ਦ ਰੇਡੀਓ, ਠੀਕ ਹੈ, ਕਿ ਇਸ ਤੋਂ ਬਾਅਦ ਉਹ ਰੇਡੀਓ ਚਲਾ ਕੇ, ਸਟੈਟਿਕ ਮੀਨਸ ਕੋਈ ਜਿਹੜੀਆਂ ਡਿਸਟਰਬੈਂਸਸ ਹੁੰਦੀਆਂ ਨਾ ਰੇਡੀਓ ਦੇ ਵਿੱਚ ਸਾਊਂਡ ਦੇ ਵਿੱਚ, ਉਸ ਨੂੰ ਕਿਹਾ ਗਿਆ। ਡਰੀਮਿੰਗ ਆਫ ਹਿਜ਼ ਐਨਸੈਸਟਰਸ ਐਂਡ ਗ੍ਰੈਂਡ ਚਿਲਡਰਨ, ਇਸ ਤੋਂ ਬਾਅਦ ਜਦੋਂ ਉਹ ਲੇਟ ਜਾਂਦੇ ਆ ਉਹ ਡਰੀਮ ਕਰਦੇ ਆ, ਠੀਕ ਹੈ, ਆਪਣੇ ਐਨਸੈਸਟਰ ਜਿਹੜੇ ਪੁਰਖੇ ਹੁੰਦੇ ਉਹਨਾਂ ਬਾਰੇ, ਅਤੇ ਜਿਹੜੀ ਗ੍ਰੈਂਡ ਚਿਲਡਰਨ ਉਹਨਾਂ ਦੇ, ਠੀਕ ਹੈ, ਉਹਦੇ ਬਾਰੇ। ਥਿੰਕਿੰਗ ਆਫ ਨੋਮੈਡਸ ਐਂਟਰਿੰਗ ਅ ਸਬ ਕੌਂਟੀਨੈਂਟ ਥਰੂ ਅ ਨੈਰੋ ਪਾਸ, ਉਹ ਕੀ ਸੋਚਦੇ ਆ ਪੈ ਕੇ ਕਿ ਜਿਹੜੇ ਨੋਮੈਡਸ ਹੁੰਦੇ ਆ ਜਿਨ੍ਹਾਂ ਦਾ ਕੋਈ ਇੱਕ ਘਰ ਨਹੀਂ ਹੁੰਦਾ, ਟਿਕਾਣਾ ਨਹੀਂ ਹੁੰਦਾ, ਉਹ ਘੁੰਮਦੇ ਰਹਿੰਦੇ ਆ, ਜਿੱਥੇ ਉਹਨਾਂ ਨੂੰ ਜਗ੍ਹਾ ਮਿਲਦੀ ਆ ਉੱਥੇ ਰਹਿ ਲੈਂਦੇ ਆ ਕੁਛ ਟਾਈਮ ਦੇ ਲਈ, ਉਹਨਾਂ ਨੂੰ ਨੋਮੈਡਸ ਕਹਿੰਦੇ, ਜਾਂ ਇਨ ਪੰਜਾਬੀ ਯੂ ਕੈਨ ਸੇ ਵਣਜਾਰੇ, ਵਣਜਾਰੇ ਟਾਈਪ ਦੇ ਲੋਕ ਹੁੰਦੇ ਜਿਹੜੇ, ਠੀਕ ਹੈ। ਸੋ ਉਹ ਉਹਨਾਂ ਬਾਰੇ ਸੋਚਦੇ ਆ। ਆਫ ਨੋਮੈਡਸ ਐਂਟਰਿੰਗ ਅ ਸਬ ਕੌਂਟੀਨੈਂਟ ਥਰੂ ਅ ਨੈਰੋ ਪਾਸ, ਠੀਕ ਹੈ, ਸਬ ਕੌਂਟੀਨੈਂਟ ਮੀਨਸ ਉਪ ਮਹਾਂਦੀਪ, ਠੀਕ ਹੈ। ਸੋ ਉੱਥੇ ਕਿਵੇਂ ਐਂਟਰ ਹੁੰਦੇ ਆ ਉਹ ਥਰੂ ਅ ਨੈਰੋ ਪਾਸ, ਨੈਰੋ ਪਾਸ ਮੀਨਸ ਭੀੜਾ ਜਿਹਾ ਰਸਤਾ ਹੋਵੇ ਕੋਈ, ਠੀਕ ਹੈ। ਸੋ ਉਸ ਬਾਰੇ ਕੀ ਹੈ ਜੋ ਸੋਚਦੇ ਸੋਚਦੇ ਉਹ ਸੌਂ ਜਾਂਦੇ ਆ ਜਾਂ ਉਸ ਬਾਰੇ ਸੋਚਦੇ ਆ, ਠੀਕ ਹੈ। ਇੱਥੇ ਜੋ ਤੁਹਾਡੀ ਪੋਇਮ ਹੈ ਜੋ ਐਂਡ ਹੁੰਦੀ ਹੈ। ਇਹਦਾ ਥੀਮ ਇਹੀ ਹੈ ਕਿ ਜਿਹੜੇ ਮਾਡਰਨ ਵਰਲਡ ਦੇ ਵਿੱਚ ਲੋਕਾਂ ਦਾ ਇੱਕ ਦੂਸਰੇ ਪ੍ਰਤੀ ਜਿਹੜਾ ਲਗਾਵ ਹੈ ਉਹ ਘਟਦਾ ਜਾ ਰਿਹਾ, ਡੀਟੈਚਮੈਂਟ ਹੋ ਰਹੀ ਆ, ਕਿਸੇ ਨੂੰ ਕਿਸੇ ਦੀ ਪਰਵਾਹ ਨਹੀਂ ਰਹੀ, ਸਪੈਸ਼ਲੀ ਓਲਡ ਪੀਪਲ ਹੈ ਜਿਹੜੇ, ਉਹਨਾਂ ਦੇ ਉੱਪਰ ਫੋਕਸ ਕੀਤਾ ਪੋਇਟਰੀ, ਠੀਕ ਹੈ ਜੀ।